ਕਿੰਨੇ ਜਨਮਾਂ ਦੇ ਬਾਅਦ ਆਤਮ ਗਿਆਨ ਮਿਲਦਾ ਹੈ? ਪਰਮ ਸ਼ਾਂਤੀ। ਇਸ ਵੀਡੀਓ ਤੇ ਬਾਪੂ ਜੀ ਕਿੰਨੇ ਜਨਮਾਂ ਦੇ ਬਾਅਦ ਆਤਮ ਗਿਆਨ ਮਿਲਦਾ ਹੈ ਅਤੇ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾ ਸਕਦਾ ਹੈ ਇਹ ਦੱਸ ਰਹੇ ਹਨ। ਓਰੀਜਨਲ ਹਿੰਦੀ ਦੀ ਵੀਡੀਓ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਤੇ ਦਿੱਤਾ ਗਿਆ ਹੈ। ਇਹ ਵੀਡੀਓ ਹਿੰਦੀ ਦੀ ਵੀਡੀਓ ਦਾ ਭਾਸ਼ਾ ਅਨੁਵਾਦ ਹੈ। ਬਾਪੂ ਜੀ ਪਰਮ ਸ਼ਾਂਤੀ। ਜੋ ਆਤਮ ਗਿਆਨ ਦੀ ਗੱਲ ਹੈ, ਆਤਮ ਗਿਆਨ ਉਸ ਤਰ੍ਹਾਂ ਤੇ ਬਹੁਤ ਜਨਮਾਂ ਦੇ ਬਾਅਦ ਹੀ ਮਿਲਦਾ ਹੈ। ਆਤਮ ਗਿਆਨ ਲੈਣ ਲਈ ਆਤਮਾਵਾਂ ਅਨੇਕਾਂ ਜਨਮ ਭਗਤੀ ਕਰਦੀਆਂ ਹਨ। ਅਨੇਕਾਂ ਜਨਮ ਭਗਤੀ ਕਰਨ ਤੋਂ ਬਾਅਦ ਹੀ ਆਤਮ ਗਿਆਨ ਹੁੰਦਾ ਹੈ। ਪਰ ਤੁਸੀਂ ਸਿਰਫ ਇੱਕ ਆਤਮਾ ਹੀ ਹੋ, ਸਰੀਰ ਨਹੀਂ ਹੋ। ਇਹ ਤੇ ਹੁਣ ਇੱਕ ਸਧਾਰਨ ਗੱਲ ਹੈ। ਇਸ ਗੱਲ ਨੂੰ ਤੇ ਭਗਤੀ ਮਾਰਗ ਤੇ ਵੀ ਦੱਸਿਆ ਜਾਂਦਾ ਹੈ। ਪਰ ਆਤਮ ਸਰੂਪ ਯਾਨੀ ਆਪਣੀ ਆਤਮਾ ਦੇ ਸਰੂਪ ਨੂੰ ਜਾਣਨਾ ਜਾਂ ਉਸ ਦੀ ਅਨੁਭੂਤੀ ਜਾਂ ਅਹਿਸਾਸ ਕਰਨਾ, ਜਿਸ ਨੂੰ ਭਗਤੀ ਮਾਰਗ ਵਾਲੇ ਚੈਤਨਯ ਸ਼ਕਤੀ ਯਾਨੀ ਆਤਮਾ ਦੀ ਜਾਗਰਤ ਅਵਸਥਾ ਕਹਿੰਦੇ ਹਨ। ਜਿਸ ਤਰ੍ਹਾਂ ਕਿ ਉਹ ਕਹਿੰਦੇ ਹਨ ਕਿ ਤੁਸੀਂ ਚੈਤਨਯ ਹੋ, ਮਤਲਬ ਤੁਸੀਂ ਜੀਵਤ ਹੋ, ਜਾਗਰਤ ਸ਼ਕਤੀ ਹੋ। ਤੁਸੀਂ ਆਪਣੀ ਬੁੱਧ ਨਾਲ ਸੋਚ ਸਮਝ ਸਕਦੇ ਹੋ, ਪਰਮਾਤਮਾ ਨੂੰ ਜਾਣ ਸਕਣ ਦੀ ਸ਼ਕਤੀ ਰੱਖਦੇ ਹੋ। ਤੁਸੀਂ ਆਪਣੇ ਅੰਦਰ ਕਿਸੇ ਵੀ ਤਰ੍ਹਾਂ ਦੇ ਗਿਆਨ ਨੂੰ ਧਾਰਨ ਕਰਨ ਦੀ ਸ਼ਕਤੀ ਰੱਖਦੇ ਹੋ। ਤੇ ਆਤਮ ਸਰੂਪ ਦੀ ਅਨੁਭੂਤੀ ਯਾਨੀ ਆਪਣੀ ਆਤਮਾ ਦੇ ਸਰੂਪ ਨੂੰ ਜਾਣਨ ਦੇ ਅਹਿਸਾਸ ਕਰਨ ਲਈ ਤੁਹਾਨੂੰ ਹਮੇਸ਼ਾ ਅੰਤਰਮੁਖੀ ਯਾਨੀ ਹਮੇਸ਼ਾ ਆਪਣੇ ਅੰਦਰ ਧਿਆਨ ਦੇਣਾ ਪਏਗਾ। ਆਪਣੇ ਗਿਆਨ, ਗੁਣਾਂ, ਵਿਕਾਰਾਂ ਆਦਿ ਦੇ ਬਾਰੇ ਤੇ ਸੋਚਣਾ ਅਤੇ ਵਿਚਾਰਦੇ ਰਹਿਣਾ ਪਏਗਾ। ਜਿਸ ਤਰ੍ਹਾਂ ਕਿ ਕਹਿੰਦੇ ਹਨ ਨਾ, ਅੰਤਰਮੁਖੀ ਸਦਾ ਸੁਖੀ, ਤੇ ਅੰਤਰਮੁਖੀ ਬਣਨਾ ਪੈਂਦਾ ਹੈ। ਆਤਮਾ ਦੀ ਰਿਐਲਿਟੀ ਨੌਲੇਜ ਜਾਂ ਆਪਣੀ ਆਤਮਾ ਦਾ ਸੱਚਾ ਗਿਆਨ ਜਾਣਨਾ ਪੈਂਦਾ ਹੈ ਕਿ ਆਤਮਾ ਦਾ ਅਸਲੀ ਗਿਆਨ ਕੀ ਹੈ, ਆਤਮਾ ਕਿੱਥੇ ਰਹਿੰਦੀ ਹੈ। ਕੁਝ ਲੋਕੀ ਆਤਮਾ ਨੂੰ ਵੱਖਰੀ ਵੱਖਰੀ ਜਗ੍ਹਾ ਤੇ ਸਰੀਰ ਤੇ ਰਹਿੰਦੀ ਹੈ ਦੱਸਦੇ ਹਨ। ਭਗਤੀ ਮਾਰਗ ਵਾਲੇ ਕਹਿੰਦੇ ਹਨ ਕਿ ਆਤਮਾ ਦਿਲ ਤੇ ਰਹਿੰਦੀ ਹੈ। ਕੁਝ ਕਹਿੰਦੇ ਹਨ ਕਿ ਆਤਮਾ ਵੱਖ-ਵੱਖ ਜਗ੍ਹਾ ਤੇ ਰਹਿੰਦੀ ਹੈ। ਤੇ ਆਤਮਾ ਅਸਲੀਅਤ ਤੇ ਕਿੱਥੇ ਰਹਿੰਦੀ ਹੈ? ਆਤਮ ਸਰੂਪ ਦੀ ਅਨੁਭੂਤੀ ਕਿਸ ਤਰ੍ਹਾਂ ਕਰਨੀ ਹੈ? ਕੁਝ ਲੋਕੀ ਤੀਸਰੇ ਨੇਤਰ ਨੂੰ ਹੀ ਆਤਮ ਸਰੂਪ ਸਮਝਦੇ ਹਨ ਤੇ ਉਹ ਤੀਸਰਾ ਨੇਤਰ ਖੋਲਣ ਦੀ ਕੋਸ਼ਿਸ਼ ਕਰਾਉਂਦੇ ਹਨ। ਤੀਸਰੇ ਨੇਤਰ ਤੋਂ ਆਤਮ ਗਿਆਨ ਕਰਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਉਹ ਤੇ ਤੀਸਰੇ ਨੇਤਰ ਦੀ ਗੱਲ ਕਰਦੇ ਹਨ, ਕੋਈ ਆਤਮ ਗਿਆਨ ਦੀ ਗੱਲ ਨਹੀਂ ਕਰਦੇ। ਉਹ ਆਤਮਾ ਸਰੀਰ ਤੇ ਕਿੱਥੇ ਹੈ ਅਤੇ ਆਪਣੀ ਆਤਮਾ ਨੂੰ ਕਿਸ ਤਰ੍ਹਾਂ ਜਾਣੀਏ, ਇਸ ਦੀ ਗੱਲ ਨਹੀਂ ਕਰਦੇ ਹਨ। ਆਤਮਾ ਤੇ ਸਰੀਰ ਤੇ ਪਈ ਹੈ, ਮਤਲਬ ਆਤਮਾ ਤੇ ਸਰੀਰ ਤੇ ਹੈ, ਪਰ ਕਿੱਥੇ ਹੈ ਇਹ ਲੱਭਣਾ ਹੈ। ਆਤਮ ਸਰੂਪ ਦੀ ਅਨੁਭੂਤੀ ਕਰਨੀ ਹੈ। ਆਤਮਾਵਾਂ ਤੇ ਜੋ ਆਵਰਣ ਯਾਨੀ ਕਵਰ ਲੱਗੇ ਹਨ, ਉਹਨਾਂ ਨੂੰ ਹਟਾਉਣਾ ਹੈ ਤੇ ਕਵਰ ਹਟਾਉਣ ਲਈ ਅੰਤਰਮੁਖੀ ਬਣਨਾ ਹੈ। ਤੇ ਆਤਮਾਵਾਂ ਤੇ ਜੋ ਆਵਰਣ ਜਾਂ ਕਵਰ ਲੱਗੇ ਹਨ, ਆਵਰਣ ਮਤਲਬ ਕਰਮਾਂ ਦੇ ਹਿਸਾਬ ਕਿਤਾਬ ਦੇ ਕਵਰ, ਤੇ ਆਤਮਾ ਤੇ ਆਵਰਣ ਨੂੰ ਕਿਸ ਤਰ੍ਹਾਂ ਹਟਾਓਗੇ? ਆਤਮਾ ਬਹਿਰਮੁਖੀ ਹੈ, ਮਤਲਬ ਆਤਮਾ ਬਾਹਰ ਦੀ ਦੁਨੀਆ ਤੇ ਮੋਹ ਮਾਇਆ ਤੇ ਧਿਆਨ ਕਰਦੀ ਹੈ, ਬਾਹਰ ਦੇ ਮਾਇਆ ਦੇ ਸੰਸਾਰ ਨੂੰ ਵੇਖਦੀ ਹੈ। ਆਤਮਾ ਮਨੁੱਖ ਬਣ ਗਈ ਹੈ, ਆਤਮਾਵਾਂ ਜੀਵ ਬਣ ਗਈਆਂ ਹਨ, ਯਾਨੀ ਆਤਮਾ ਦੀ ਚੇਤਨਾ ਸ਼ਕਤੀ ਜਾਂ ਜਾਗਰਤੀ ਖਤਮ ਹੋ ਗਈ ਹੈ ਤੇ ਉਹ ਸਾਧਾਰਨ ਜੀਵ ਬਣ ਗਈ ਹੈ। ਤੇ ਆਤਮਾ ਤੇ ਜਿੰਨੇ ਵੀ ਕਵਰ ਜਾਂ ਆਵਰਣ ਹਨ, ਉਨੇ ਹੀ ਆਤਮਾ ਤੇ ਕਰਮਾਂ ਦਾ ਬੋਝ ਹੈ, ਮਤਲਬ ਆਤਮਾ ਤੇ ਕਰਮਾਂ ਦੇ ਹਿਸਾਬ ਕਿਤਾਬ ਦਾ ਉਨਾ ਹੀ ਬੋਝ ਹੈ। ਇਸ ਬੋਝ ਨੂੰ ਹੀ ਕਵਰ ਜਾਂ ਆਵਰਣ ਕਵਾਂਗੇ। ਤੇ ਕਰਮਾਂ ਦੇ ਹਿਸਾਬ ਕਿਤਾਬ ਦੇ ਬੋਝ ਨੂੰ ਹਟਾਉਣ ਲਈ ਜਾਂ ਖਤਮ ਕਰਨ ਲਈ ਐਸੀਆਂ ਆਤਮਾਵਾਂ ਕੀ ਪੁਰਸ਼ਾਰਥ ਜਾਂ ਤਿਆਗ ਤਪੱਸਿਆ ਕਰ ਸਕਦੀਆਂ ਹਨ ਕਿ ਇੱਕ ਘੜੀ ਤੇ ਹੀ ਆਤਮ ਸਰੂਪ ਦੀ ਅਨੁਭੂਤੀ ਜਾਂ ਅਹਿਸਾਸ ਕਰ ਸਕਦੀਆਂ ਹਨ? ਜਦੋਂ ਭਗਤੀ ਦਾ ਫਲ ਗਿਆਨ ਮਿਲਦਾ ਹੈ, ਯਾਨੀ ਜਦੋਂ ਭਗਤੀ ਕਰਨ ਤੋਂ ਬਾਅਦ ਆਤਮਾ ਨੂੰ ਪਰਮਾਤਮਾ ਦਾ ਗਿਆਨ ਭਗਤੀ ਦੇ ਫਲ ਦੇ ਰੂਪ ਤੇ ਮਿਲਦਾ ਹੈ, ਤੇ ਉਸ ਗਿਆਨ ਤੋਂ ਪਤਾ ਲੱਗਦਾ ਹੈ ਕਿ ਮੈਂ ਇੱਕ ਆਤਮਾ ਹਾਂ, ਤੇ ਫਿਰ ਉਸ ਨੂੰ ਪਰਮਾਤਮਾ ਤੋਂ ਕਨੈਕਸ਼ਨ ਜਾਂ ਸੰਬੰਧ ਜੁੜਦਾ ਹੈ, ਯਾਨੀ ਫਿਰ ਉਹ ਆਤਮਾ ਪਰਮਾਤਮਾ ਨੂੰ ਜਾਣਦੀ ਹੈ। ਪਰ ਪਰਮਾਤਮਾ ਨੂੰ ਵੀ ਜਾਣਨ ਦੀ ਜਾਂ ਪਰਮਾਤਮਾ ਨਾਲ ਕਨੈਕਸ਼ਨ ਜੋੜਨ ਦੀ ਇੱਕ ਵਿਧ ਜਾਂ ਤਰੀਕਾ ਹੁੰਦਾ ਹੈ
ਤੇ ਉਸ ਤਰੀਕੇ ਦੇ ਰਾਹੀਂ ਆਤਮਾ ਪਰਮਾਤਮਾ ਨੂੰ ਜਦੋਂ ਤੱਕ ਸਹੀ ਤਰੀਕੇ ਨਾਲ ਨਹੀਂ ਜਾਣਦੀ ਅਤੇ ਆਤਮਾ ਦਾ ਪਰਮਾਤਮਾ ਨਾਲ ਕਨੈਕਸ਼ਨ ਜਾਂ ਯੋਗ ਜਦੋਂ ਤੱਕ ਸਹੀ ਤਰੀਕੇ ਨਾਲ ਨਹੀਂ ਲੱਗਦਾ, ਉਦੋਂ ਤੱਕ ਉਸ ਨੂੰ ਆਤਮ ਸਰੂਪ ਦੀ ਅਨੁਭੂਤੀ ਨਹੀਂ ਹੁੰਦੀ। ਤੇ ਕੀ ਇੱਕ ਘੜੀ ਤੇ ਥੋੜੀ ਨਾ ਆਤਮ ਸਰੂਪ ਦੀ ਅਨੁਭੂਤੀ ਜਾਂ ਅਹਿਸਾਸ ਹੋਏਗਾ? ਆਤਮ ਸਰੂਪ ਦੀ ਅਨੁਭੂਤੀ ਦੇ ਲਈ ਬਹੁਤ ਹੀ ਅੰਤਰਮੁਖੀ ਯਾਨੀ ਆਪਣੇ ਅੰਦਰ ਜਾਂ ਆਪਣੀ ਆਤਮਾ ਦੀ ਤਰਫ ਧਿਆਨ ਦੇਣਾ, ਮਨ ਦਾ ਮੌਨ ਜਾਂ ਮਨ ਦੀ ਚੁੱਪ, ਮਤਲਬ ਮਨ ਦੇ ਵਿੱਚ ਵਿਚਾਰਾਂ ਦਾ ਨਾ ਆਉਣਾ, ਮਨ ਨੂੰ ਸੰਯਮਿਤ ਜਾਂ ਮਨ ਨੂੰ ਕੰਟਰੋਲ ਤੇ ਰੱਖਣਾ, ਮਨ ਨੂੰ ਹਮੇਸ਼ਾ ਪਰਮਾਤਮਾ ਦੀ ਯਾਦ ਤੇ ਲੀਨ ਰੱਖਣਾ ਜਾਂ ਪਰਮਾਤਮਾ ਦੀ ਯਾਦ ਨੂੰ ਹਮੇਸ਼ਾ ਆਪਣੇ ਮਨ ਤੇ ਵਸਾਈ ਰੱਖਣਾ। ਕਰਮ ਯੋਗੀ ਜੀਵਨ ਯਾਨੀ ਹਰ ਕੰਮ ਪਰਮਾਤਮਾ ਦੀ ਯਾਦ ਤੇ ਰਹਿ ਕੇ ਕਰਨਾ ਅਤੇ ਐਸਾ ਹੀ ਜੀਵਨ ਬਤੀਤ ਕਰਦੇ ਰਹਿਣਾ ਪੈਂਦਾ ਹੈ। ਪਰ ਜਿੰਨਾ ਵੀ ਬਹਿਰਮੁਖੀ ਜਾਂ ਬਾਹਰ ਦੀ ਮੋਹ ਮਾਇਆ ਤੇ ਫਸੇ ਰਵਾਂਗੇ ਜਾਂ ਧਿਆਨ ਕਰਦੇ ਰਵਾਂਗੇ ਤੇ ਬਹਿਰਮੁਖੀ ਰਹਿਣ ਵਾਲੇ ਨੂੰ ਇਹ ਗਿਆਨ ਤੇ ਹੁੰਦਾ ਹੈ ਕਿ ਮੈਂ ਆਤਮਾ ਹਾਂ ਅਤੇ ਪਰਮਾਤਮਾ ਦਾ ਗਿਆਨ ਵੀ ਹੈ, ਪਰ ਫਿਰ ਆਤਮਾ ਪਰਮਾਤਮਾ ਦਾ ਕਨੈਕਸ਼ਨ ਜਾਂ ਸੰਬੰਧ ਨਹੀਂ ਜੁੜ ਸਕਾਂਗੇ। ਇਸ ਕਰਕੇ ਅੰਤਰਮੁਖੀ ਸਦਾ ਸੁਖੀ ਕਹਿੰਦੇ ਹਨ। ਅੰਤਰਮੁਖੀ ਸ਼ਬਦ ਭਗਤੀ ਮਾਰਗ ਦਾ ਹੈ। ਅੰਤਰਮੁਖੀ ਮਤਲਬ ਆਪਣੇ ਆਤਮ ਸਰੂਪ ਦਾ ਅਹਿਸਾਸ ਕਰਨਾ, ਆਤਮਾ ਨੂੰ ਵੇਖਣਾ ਅਤੇ ਆਤਮ ਸਰੂਪ ਦੀ ਅਨੁਭੂਤੀ ਕਰਨਾ, ਇਸ ਨੂੰ ਅੰਤਰਮੁਖੀ ਕਹਿੰਦੇ ਹਨ। ਕੁਝ ਲੋਕੀ ਕਹਿੰਦੇ ਹਨ ਮਨ ਨੂੰ ਲੱਭੋ, ਯਾਨੀ ਮਨ ਜੋ ਕਵੇ ਉਹ ਕਰੋ, ਮਨ ਦੀ ਮਰਜ਼ੀ ਦੇ ਹਿਸਾਬ ਨਾਲ ਰਹੋ, ਪਰ ਮਨ ਅਤੇ ਆਤਮਾ ਤੇ ਬਹੁਤ ਫਰਕ ਹੈ। ਮਨ ਵਿਕਾਰਾਂ ਜਾਂ ਨੈਗੇਟਿਵ ਵਿਚਾਰਾਂ ਦੀ ਸ਼ਕਤੀ ਦੇਣ ਵਾਲਾ ਹੈ, ਮਾਇਆ ਦੇ ਚੱਕਰਾਂ ਤੇ ਫਸਾਉਣ ਵਾਲਾ ਹੈ, ਪਰ ਆਤਮਾ ਚੇਤਨਾ ਸ਼ਕਤੀ ਹੈ, ਇੱਕ ਜਾਗਰਤ ਅਵਸਥਾ ਵਾਲੀ ਸਹੀ ਸੋਚ, ਸੱਚੇ ਗਿਆਨ ਵਾਲੀ ਸ਼ਕਤੀ ਹੈ। ਆਤਮ ਸਰੂਪ ਦੀ ਅਨੁਭੂਤੀ ਅਤੇ ਮਨ ਤੇ ਬਹੁਤ ਫਰਕ ਹੈ। ਜੇਕਰ ਕੋਈ ਤੁਹਾਨੂੰ ਕਹਿੰਦਾ ਹੈ ਕਿ ਨਹੀਂ, ਆਤਮਾ ਨੂੰ ਤੇ ਇੱਕ ਘੜੀ ਤੇ ਵੇਖਿਆ ਜਾ ਸਕਦਾ ਹੈ, ਇਹ ਤੇ 1 ਮਿੰਟ ਦੀ ਗੱਲ ਹੈ, ਆਤਮਾ ਤੇ ਇੱਕ ਘੜੀ ਤੇ ਪ੍ਰਤੱਖ ਹੋ ਜਾਏਗੀ, ਤੁਸੀਂ ਆਪਣੀ ਆਤਮਾ ਨੂੰ ਮਤਲਬ ਆਪਣੇ ਆਪ ਨੂੰ 1 ਮਿੰਟ ਤੇ ਲੱਭ ਲਓਗੇ, ਜੋ ਤੁਹਾਡੀ ਆਤਮਾ ਦੀ ਜਾਗਰਤ ਅਵਸਥਾ ਯਾਨੀ ਚੈਤਨਯ ਆਤਮਾ ਨੂੰ ਤੁਸੀਂ ਪ੍ਰਤੱਖ ਕਰ ਲਓਗੇ, ਤੇ ਇਹ ਸਿਰਫ ਇੱਕ ਕਹਿਣ ਦੀ ਗੱਲ ਹੈ। ਪਰ ਆਪਣੀ ਆਤਮਾ ਦੀ ਜਾਗਰਤ ਅਵਸਥਾ ਨੂੰ ਪਾਉਣਾ ਜਾਂ ਲੱਭਣਾ ਆਪਣੇ ਆਪ ਨੂੰ ਲੱਭਣ ਦੀ ਤਰ੍ਹਾਂ ਹੀ ਹੈ, ਕਿਉਂਕਿ ਤੁਸੀਂ ਆਪ ਹੀ ਗੁੰਮ ਹੋ ਗਏ ਹੋ ਇਸ ਮਾਇਆ ਦੇ ਸਾਗਰ ਤੇ। ਯਾਨੀ ਮਨੁੱਖ ਇਸ ਦੁਨੀਆ ਦੀ ਮੋਹ ਮਾਇਆ ਤੇ ਇੰਨਾ ਡੁੱਬ ਗਿਆ ਹੈ ਕਿ ਆਪਣੇ ਆਪ ਨੂੰ ਹੀ ਭੁੱਲ ਗਿਆ ਹੈ ਕਿ ਮੈਂ ਕੌਣ ਹਾਂ, ਕਿੱਥੋਂ ਆਇਆ ਹਾਂ, ਕਿਉਂ ਆਇਆ ਹਾਂ। ਅੱਗੇ ਬਾਪੂ ਜੀ ਕਹਿੰਦੇ ਹਨ ਕਿ ਮੈਂ ਹਮੇਸ਼ਾ ਹੀ ਕਹਿੰਦਾ ਹਾਂ ਕਿ ਆਪਣੇ ਆਪ ਨੂੰ ਲੱਭੋ, ਯਾਨੀ ਆਪਣੇ ਬਾਰੇ ਤੇ ਆਪਣੀ ਆਤਮਾ ਦੇ ਬਾਰੇ ਤੇ ਆਪਣੇ ਅੰਦਰ ਸਵਾਲਾਂ ਦੇ ਜਵਾਬ ਲੱਭੋ। ਆਪਣੇ ਆਪ ਨੂੰ ਲੱਭਣਾ ਹੀ ਯਾਨੀ ਆਪਣੇ ਬਾਰੇ ਤੇ ਜਾਣਨਾ ਹੀ ਆਤਮ ਸਰੂਪ ਦੀ ਅਨੁਭੂਤੀ ਕਰਨਾ ਹੈ। ਅਤੇ ਆਤਮ ਸਰੂਪ ਦੀ ਅਨੁਭੂਤੀ ਕਰਨਾ ਬਹੁਤ ਮੁਸ਼ਕਿਲ ਚੀਜ਼ ਹੈ। ਜੇਕਰ ਕੋਈ ਕਹਿੰਦਾ ਹੈ ਕਿ ਆਤਮ ਸਰੂਪ ਦੀ ਅਨੁਭੂਤੀ ਜਾਂ ਅਹਿਸਾਸ ਕਰਨਾ ਤੇ 1 ਘੜੀ ਦਾ ਕੰਮ ਹੈ, ਤੇ ਇਹ 1 ਘੜੀ ਜਾਂ 1 ਸੈਕਿੰਡ ਦਾ ਕੰਮ ਨਹੀਂ ਹੈ। ਪਰ ਹਾਂ, ਜੇਕਰ ਆਤਮ ਸਰੂਪ ਦੀ ਅਨੁਭੂਤੀ ਕਰਾਉਣ ਵਾਲਾ ਆਪ ਪਰਮਾਤਮਾ ਹੋਵੇ ਤੇ ਹੋ ਸਕਦੀ ਹੈ, ਪਰ ਉਸ ਦੇ ਲਈ ਜਦੋਂ ਆਤਮਾ ਦਾ ਪਰਮਾਤਮਾ ਦੇ ਨਾਲ ਕਨੈਕਸ਼ਨ ਹੋ ਜਾਵੇ, ਪਰਮਾਤਮਾ ਨਾਲ ਆਤਮਾ ਦਾ ਬਹੁਤ ਸੰਬੰਧ ਜੁੜ ਜਾਵੇ, ਪਰਮਾਤਮਾ ਨਾਲ ਬਹੁਤ ਨਿਸਵਾਰਥ ਪ੍ਰੇਮ ਹੋ ਜਾਵੇ, ਤੇ ਜੇਕਰ ਪਰਮਾਤਮਾ ਚਾਹੇ ਤੇ ਆਤਮਾ ਨੂੰ 1 ਸੈਕਿੰਡ ਦੇ ਅੰਦਰ ਪਾਵਰ ਦੇ ਕੇ ਉਸ ਤੇ ਰੇਜ਼ ਪਾ ਕੇ ਉਸ ਦੇ ਕਰਮਾਂ ਦੇ ਆਵਰਣ ਜਾਂ ਕਵਰ ਹਟਾ ਸਕਦਾ ਹੈ। ਪਰ ਇਹ ਗੱਲ ਸਿਰਫ ਪਰਮਾਤਮਾ ਦੇ ਹੱਥ ਤੇ ਹੈ, ਯਾਨੀ ਪਰਮਾਤਮਾ ਦੀ ਮਰਜ਼ੀ ਤੇ ਹੈ, ਆਤਮਾ ਦੇ ਹੱਥ ਤੇ ਨਹੀਂ ਹੈ। ਪਰ ਆਤਮ ਸਰੂਪ ਦੀ ਅਨੁਭੂਤੀ ਆਤਮਾ ਖੁਦ ਕਰ ਸਕੇ, ਐਸੀ ਸਟੇਜ ਲਿਆਉਣ ਦੇ ਲਈ ਆਤਮਾ ਦੀ ਪਰਮਾਤਮਾ ਦੇ ਨਾਲ ਬਹੁਤ ਲਵਲੀਨ ਅਵਸਥਾ ਯਾਨੀ ਆਤਮਾ ਪਰਮਾਤਮਾ ਦੇ ਪਿਆਰ ਤੇ ਲੀਨ ਦੀ ਸਟੇਜ ਤੇ ਹੋਣੀ ਚਾਹੀਦੀ। ਆਤਮਾ ਦਾ ਪਰਮਾਤਮਾ ਨਾਲ ਬਹੁਤ ਪਿਆਰ ਹੋਣਾ ਚਾਹੀਦਾ,
परमात्मा तो पावर लैण दी शक्ति आत्मा 'ਚ होनी चाहिदी। परमात्मा नाल प्यार ही पावर है। परमात्मा नाल प्यार होण लई परमात्मा दा नॉलेज या ज्ञान होना चाहिदा। परमात्मा तो या पावर हाउस तो पावर लैण लई किस तरह कनैक्शन जोड़ना है इसका ज्ञान होवे। पावर हाउस तो यानी सर्वशक्तिमान परमात्मा तो पावर लैनी है, ऐसा निश्चय होना अते ज्ञान होना चाहिदा कि पावर क्यों लैनी है। जो लोग आत्म स्वरूप का एहसास कराण दी गल नूं एक घड़ी दा काम कहंदे हन, वो इस गल नूं मानदे हन कि शरीर दे अंदर आत्मा है, पर आत्मा ते शरीर दे अंदर बैठी है। आत्मा नूं ही डिस्कवर करना है या उसकी खोज करनी है। आत्मा ते शरीर दे अंदर है, ये ते सच है, पर आत्मा ते जो कवर या आवरण पए हन उन्हां नूं हटाना है। जदों आवरण हटाओगे तो आत्मा लभ जाएगी। आवरण हटाण लई योग करना चाहिदा। योग दे बल तो ही विकर्म यानी माड़े कर्म खत्म होणगे। आवरणां नूं हटाना या मतलब अपने विकर्म विनाश या खत्म करना है। इसलिए अंतर्मुखी सदा सुखी, मतलब हमेशा अपने अंदर अपनी आत्मा की तरफ ध्यान दिओगे तो सदा ही सुखी रहोगे। माड़े कर्मा या किसी भी तरह के कर्मा के बन्धन तो मुक्त रहोगे। परम शांति। आप जी सारे ਸਰੋਤਿਆਂ ਨੂੰ ਬੇਨਤੀ ਹੈ कि इस वीडियो ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਅਤੇ ਬਾਪੂ ਜੀ ਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਆਪ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। परम शांति।